ਇਹ ਹੈ ਕਿ 5 ਮੰਤਰੀ ਜਿਨ੍ਹਾਂ ਨੂੰ ਕੱਲ ਸਹੁੰ ਚੁਕਾਈ ਗਈ ਆ, ਕੀ ਮਜਬੂਰੀ ਆ, ਕੀ ਕਾਰਨ ਆ? ਬੜੇ ਜਿਹੜੇ ਬੜੇ ਐਜੂਕੇਟਡ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਪਿੱਛੇ ਰਹਿਣ ਦਿੱਤਾ ਗਿਆ ਤੇ ਹੋਰਾਂ ਨੂੰ ਮੰਤਰੀ ਜਿਹੜਾ ਬਣਾ ਦਿੱਤਾ ਗਿਆ ਹੈ। ਕੀ ਮਜਬੂਰੀ? ਕੁੰਵਰ ਵਿਜੇ ਪ੍ਰਤਾਪ ਬੜੇ ਚਿਰ ਦੇ ਇਸ ਚੀਜ਼ ਦੀ ਤਾਂਘ ਵੀ ਕਰ ਰਹੇ ਆ ਤੇ ਉਹ ਡਿਜ਼ਰਵ ਵੀ ਕਰਦੇ ਆ। ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਸਿਰਫ ਉਹ ਮੰਤਰੀ ਬਣਾਉਣਗੇ ਜਿਨ੍ਹਾਂ ਦੀ ਆਪਣੀ ਰੀੜ੍ਹ ਦੀ ਹੱਡੀ ਹੈ। ਕਹਿਣ ਤੋਂ ਭਾਵ ਕਿ ਜੈਸਮੈਨ ਜੇ ਅਮਨ ਅਰੋੜੇ ਦੀ ਗੱਲ ਕਰੀਏ ਤੇ ਬੇਸਿਕਲੀ ਇਹ ਕਾਂਗਰਸ ਦੀ ਪੈਦਾਇਸ਼ ਨੇ। ਬਿਲਕੁਲ ਇਹਨਾਂ ਦਾ DNA ਕਾਂਗਰਸੀ ਆ ਤੇ ਅਮਨ ਅਰੋੜਾ ਬਗਾਵਤ ਨਹੀਂ ਕਰ ਸਕਦਾ, ਜੋ ਮਰਜ਼ੀ ਹੋ ਜਾਏ। ਅੱਜ ਦੀ ਡੇਟ ਦੇ ਵਿੱਚ ਕੁਝ MLA ਬਗਾਵਤ ਕਰਨ ਲਈ ਇਸ ਵੇਲੇ BJP ਦੀ ਜਿਹੜੀ ਆ ਉਹ ਗੋਦੀ 'ਚ ਬੈਠੇ ਨੇ। ਆਉਣ ਵਾਲੇ ਦਿਨੇ ਤੁਸੀਂ ਵੇਖੋ ਮੱਤੇ ਵਾਲੇ ਜਿਹੜੇ ਜੰਗਲ ਆ ਨਾ ਉਹਦਾ ਮੁੱਦਾ ਉੱਠੇਗਾ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ MLA ਵੀ ਵਿਰੋਧਤਾ ਕਰਨਗੇ ਸਰਕਾਰ ਦੀ ਤੁਸੀਂ ਗਲਤ ਕਰ ਰਹੇ। BJP ਜਿਹੜੀ ਆ ਉਹ ਇੱਕ ਗਿਰਜ ਵਾਂਗੂ ਪੰਜਾਬ ਦੇ ਉੱਤੇ ਮੰਡਰਾ ਰਹੀ ਆ। ਇਹਨਾਂ ਕੋਲ ਤੋਂ 20 MLA ਸੰਭਾਲੇਗੇ, 92 ਕਿੱਥੋਂ ਸੰਭਾਲਣਗੇ ਜੀ। ਇੱਥੇ ਨਿੱਜਰ ਸਕੈਨ ਆ, ਇੱਕ ਹੋਟਲ ਹੈ ਬਕਾਇਆ ਤੌਰ ਤੇ, ਰੱਜੇ ਪੁੱਜੇ ਬੰਦੇ ਨੇ ਜੀ ਜੀ। ਲੇਕਿਨ ਜੇ ਮੈਂ ਕਹਿ ਲਵਾਂ ਰੀੜ ਦੀ ਹੱਡੀ ਉਹਨਾਂ ਦੀ ਹੈਗੀ ਤੇ ਇਹਦੇ 'ਚ ਕੋਈ ਅੱਤ ਕਥਨੀ ਨਹੀਂ ਹੋ। ਅਗਲੀ ਗੱਲ ਤੁਸੀਂ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਦੀ ਜੀ। ਜੇ ਮੈਂ ਕਹਾਂ ਵੀ ਕੇਜਰੀਵਾਲ ਨਾਲ ਦਾ ਝੂਠਾ ਬੰਦਾ ਕੋਈ ਨਹੀਂ ਹੈਗਾ ਤੇ ਕੋਈ ਅੱਤ ਕਥਨੀ ਨਹੀਂ। ਕੁੰਵਰ ਵਿਜੇ ਪ੍ਰਤਾਪ ਆਪਣੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਜੁਆਇਨ ਕਰਾਇਆ ਸੀ ਜੀ ਤੇ ਕਿਹਾ ਕੀ ਸੀ ਵੀ ਅੰਮ੍ਰਿਤਸਰੀਓ ਸਾਡੀ ਸਰਕਾਰ ਬਣਾ ਦਿਓ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਿਤਾ ਦਿਓ ਤੇ ਮੈਂ ਟੌਪ ਦਾ ਮਿਨਿਸਟਰ ਬਣਾਉਂਗਾ। ਅੱਜ ਕਿੱਥੇ ਨੇ ਉਹ ਕੇਜਰੀਵਾਲ ਸਾਹਿਬ ਜੀ? ਕਿਉਂ ਨਹੀਂ ਬਣਾਇਆ ਕੁੰਵਰ ਵਿਜੇ ਪ੍ਰਤਾਪ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ। ਤੇ ਜਿਵੇਂ ਦਰਸ਼ਕ ਜਾਣਦੇ ਨੇ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਹੀ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਪੀਰ ਸਿੰਘ ਜੀ ਪੱਟੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ 5 ਮੰਤਰੀ ਜਿਨ੍ਹਾਂ ਨੂੰ ਕੱਲ ਸਹੁੰ ਚੁਕਾਈ ਗਈ ਆ, ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਹੈ ਉਹਨਾਂ ਵੱਲੋਂ, ਸੋ ਬਹੁਤ ਸਾਰੇ ਨਾਰਾਜ਼ ਫਿਰ ਹੋਏ ਨੇ ਇੱਕ ਵਾਰ। ਪਰ ਕੀ ਮਜਬੂਰੀ ਆ, ਕੀ ਕਾਰਨ ਆ? ਬੜੇ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਉੱਠ ਰਹੇ ਆ ਕਿ ਕਈ ਬੜੇ ਐਕਸਪੀਰੀਅੰਸਡ ਜਿਹੜੇ ਪਰਸਨ ਸੀਗੇ ਉਹ ਛੱਡ ਕੇ ਨਵਿਆਂ ਨੂੰ, ਪਹਿਲੀ ਵਾਰ ਜਿੱਤਿਆਂ ਨੂੰ ਜਿਹੜਾ ਆ ਉਹ ਮੌਕਾ ਦਿੱਤਾ ਗਿਆ ਆ। ਜਿਹੜੇ ਬੜੇ ਐਜੂਕੇਟਡ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਪਿੱਛੇ ਰਹਿਣ ਦਿੱਤਾ ਗਿਆ ਤੇ ਹੋਰਾਂ ਨੂੰ ਮੰਤਰੀ ਜਿਹੜਾ ਬਣਾ ਦਿੱਤਾ ਗਿਆ ਹੈ। ਕੀ ਮਜਬੂਰੀ? ਕੁੰਵਰ ਵਿਜੇ ਪ੍ਰਤਾਪ ਬੜੇ ਚਿਰ ਦੇ ਇਸ ਚੀਜ਼ ਦੀ ਤਾਂਘ ਵੀ ਕਰ ਰਹੇ ਆ ਤੇ ਉਹ ਡਿਜ਼ਰਵ ਵੀ ਕਰਦੇ ਆ, ਪਰ ਬਾਰ-ਬਾਰ ਕਿਉਂ ਉਹਨਾਂ ਨੂੰ ਛੱਡਿਆ ਜਾ ਰਿਹਾ ਆ? ਪਹਿਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਜੀ ਵੀ ਇਹਨਾਂ ਮੰਤਰੀ ਪੜ੍ਹੇ ਲਿਖੇ ਛੱਡ ਕੇ ਤੇ ਜਿਹੜੇ ਦੂਜੇ ਮੰਤਰੀ ਬਣਾਏ ਆ ਜੀ। ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਸਿਰਫ ਉਹ ਮੰਤਰੀ ਬਣਾਉਣਗੇ ਜਿਨ੍ਹਾਂ ਦੀ ਆਪਣੀ ਰੀੜ੍ਹ ਦੀ ਹੱਡੀ ਹੈ ਨਹੀਂ। ਕਹਿਣ ਤੋਂ ਭਾਵ ਕਿ ਜੈਸਮੈਨ ਜੀ, ਜਿਨ੍ਹਾਂ ਦੀ ਰੀੜ੍ਹ ਦੀ ਕੰਮ ਕਰਦੀ ਉਹਨਾਂ ਜੈਸ ਨਹੀਂ ਕਹਿਣਾ, ਉਹਨਾਂ ਦੇ ਵੇਖਣਾ ਨਹੀਂ ਜੀ ਵੀ ਇਹ ਗਲਤ ਹੋ ਰਿਹਾ, ਇਹਨੂੰ ਗਲਤ ਸਹੀ ਕਹੋ ਜਿਹਦੇ ਕਰਕੇ ਨਹੀਂ ਬਣਾਇਆ ਗਿਆ। ਬੀਬੀ ਸਰਬਜੀਤ ਮਾਣੂਕੇ ਉਹ ਵੀ ਅਧਿਆਪਕ ਸੀ। ਬੀਬੀ ਬਲਜਿੰਦਰ ਕੌਰ ਜਿਹੜੀ ਆਪਣੇ ਪ੍ਰੋਫੈਸਰ ਕਹਿੰਦੀ ਹੈ, ਲੈਕਚਰਰ ਜੀ। ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ ਜੀ, ਇਹ ਲੋਕ ਜਿਹੜੇ ਆ 2-2 ਵਾਰੀ ਜਿੱਤੇ ਆ, ਜਿਹਦੇ ਵਿੱਚ ਅਮਨ ਅਰੋੜਾ ਵੀ ਹੈਗਾ ਵਾ, ਮੀਤ ਹੇਅਰ ਵੀ ਹੈਗਾ ਵਾ। 20 ਬੰਦੇ ਪਿਛਲੀ ਵਾਰੀ ਜਿੱਤੇ ਤੇ 10 ਛੱਡ ਗਏ ਤੇ 10 ਰਹਿ ਗਏ। 10 ਫਿਰ ਐਤਕੀ ਜਿੱਤ ਕੇ ਆਏ ਜੀ। ਲੇਕਿਨ ਉਹਨਾਂ ਦੇ ਵਿੱਚੋਂ ਸਿਰਫ ਮੀਤ ਹੇਅਰ ਤੇ ਇੱਕ ਹੁਣ ਅਮਨ ਅਰੋੜਾ ਜਿਹੜਾ ਮੰਤਰੀ ਲਿਆ ਗਿਆ ਜੀ, ਕਿਉਂਕਿ ਉਹਨਾਂ ਨੂੰ ਪਤਾ ਇਹ ਜੈਸਮੈਨ ਨੇ ਸਾਡੇ
ਜੇ ਅਮਨ ਅਰੋੜੇ ਦੀ ਗੱਲ ਕਰੀਏ ਤੇ ਬੇਸਿਕਲੀ ਇਹ ਕਾਂਗਰਸ ਦੀ ਪੈਦਾਇਸ਼ ਨੇ। ਬਿਲਕੁਲ ਇਹਨਾਂ ਦਾ ਡੀਐਨਏ ਕਾਂਗਰਸੀ ਆ। ਉਹਨੇ ਕਿਹਾ ਜੀ ਹਾਊਸ ਕਿਹਾ ਸੀਗਾ ਵੀ ਜੇ ਤੁਸੀਂ ਕਹਿੰਦੇ ਮੇਰਾ ਡੀਐਨਏ ਕਾਂਗਰਸੀ ਆ ਤੇ ਮੈਨੂੰ ਇਸ ਗੱਲ ਦਾ ਮਾਣ ਆ ਵੀ ਮੈਂ ਕਾਂਗਰਸ 'ਚ ਕੰਮ ਕੀਤਾ ਜੀ। 27 ਸਾਲ ਬਾਅਦ ਇਹਨਾਂ ਦੇ ਘਰ ਮੰਤਰੀ ਦੀ ਕੁਰਸੀ ਆਈ ਆ ਜੀ, ਕਿਉਂਕਿ ਇਹਨਾਂ ਦੇ ਫਾਦਰ ਭਗਵਾਨ ਦਾਸ ਅਰੋੜਾ ਜਿਹੜੇ ਸੁਨਾਮ ਤੋਂ ਜਿੱਤਦੇ ਰਹੇ ਨੇ ਸੀ, ਉਹ 1996 ਵਿੱਚ ਮੰਤਰੀ ਬਣੇ ਸੀ ਜੀ। ਇਸ ਕਰਕੇ ਇਹਨਾਂ ਨੂੰ ਹੁਣ ਬੜੀ ਦੇਰ ਬਾਅਦ ਜਿਹੜਾ ਸੀ ਮੌਕਾ ਮਿਲਿਆ। ਹਾਂਜੀ, ਇਹ ਚਾਹੁੰਦੇ ਸੀ ਮੇਰਾ ਨਾਂ ਪਹਿਲੀ ਲਿਸਟ 'ਚ ਆ ਜਾਵੇ ਤਾਂ ਨਹੀਂ ਆ ਸਕਿਆ, ਲੇਕਿਨ ਐਤਕੀ ਤੁਸੀਂ ਹਾਊਸ 'ਚ ਵੇਖੋ ਜਿਹੜੇ ਕਈ ਮੰਤਰੀ ਸੀ ਉਹਨਾਂ ਦੇ ਜਵਾਬ ਵੀ ਅਮਨ ਅਰੋੜੇ ਨੇ ਦਿੱਤੇ ਆ, ਪੂਰੀ ਜ਼ਿੰਮੇਵਾਰੀ ਨੇ ਦਿੱਤੇ। ਫਿਰ ਬਿਲਕੁਲ ਇਸ ਕਰਕੇ ਅਮਨ ਅਰੋੜੇ ਦਾ ਨਾਂ ਆ ਗਿਆ। ਹਾਂਜੀ, ਤੇ ਅਮਨ ਅਰੋੜਾ ਬਗਾਵਤ ਨਹੀਂ ਕਰ ਸਕਦਾ, ਜੋ ਮਰਜ਼ੀ ਹੋ ਜਾਏ। ਅੱਜ ਦੀ ਡੇਟ ਦੇ ਵਿੱਚ ਕੁਝ ਐਮਐਲਏ ਬਗਾਵਤ ਕਰਨ ਲਈ ਇਸ ਵੇਲੇ ਬੀਜੇਪੀ ਦੀ ਜਿਹੜੀ ਆ ਉਹ ਗੋਦੀ 'ਚ ਬੈਠੇ ਨੇ। ਜੀ 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 ਜੀ। ਆਉਣ ਵਾਲੇ ਦਿਨੇ ਤੁਸੀਂ ਵੇਖੋ ਮੱਤੇ ਵਾਲੇ ਜਿਹੜੇ ਜੰਗਲ ਆ ਨਾ ਉਹਦਾ ਮੁੱਦਾ ਉੱਠੇਗਾ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਵਿਰੋਧਤਾ ਕਰਨਗੇ ਸਰਕਾਰ ਦੀ, ਤੁਸੀਂ ਗਲਤ ਕਰ ਰਹੇ ਹੋ। ਅਗਲੇ 2-4 ਦਿਨ ਚ ਵੇਖਿਓ ਤੇ ਬਿਲਕੁਲ ਇੱਕ ਬੜੇ ਸੀਨੀਅਰ ਪੱਤਰਕਾਰ ਉਹਨਾਂ ਨੇ ਵੀ ਪੱਟੀ ਸਾਹਿਬ, ਮੈਂ ਉਹਨਾਂ ਦਾ ਅੱਜ ਪੜ੍ਹ ਰਿਹਾ ਸੀ ਆਰਟੀਕਲ, ਉਹਨਾਂ ਨੇ ਵੀ ਲਿਖਿਆ ਕਿ ਇੱਕ ਬੜਾ ਹੀ ਚੰਗਾ ਫੈਸਲਾ ਨਹੀਂ ਕਿਹਾ ਜਾ ਸਕਦਾ ਜਿਸ ਤਰੀਕੇ ਨਾਲ ਇਹਨਾਂ ਮੰਤਰੀ ਬਣਾਏ ਨੇ, ਕਿਉਂਕਿ ਇਸ ਵੇਲੇ ਕਹਿੰਦੇ ਨੇ ਕਿ ਬੀਜੇਪੀ ਜਿਹੜੀ ਆ ਉਹ ਇੱਕ ਗਿਰਜ ਵਾਂਗੂ ਪੰਜਾਬ ਦੇ ਉੱਤੇ ਮੰਡਰਾ ਰਹੀ ਆ। ਮੰਡਰਾ ਤਾਂ ਰਹੀ, ਭਾਵੇਂ ਇਹਨੂੰ ਕਾਮਯਾਬੀ ਨਾ ਮਿਲੇ, ਮੰਡਰਾ ਰਹੀ ਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਇਹਨਾਂ ਕੋਲ ਤਾਂ 20 ਐਮਐਲਏ ਸੰਭਾਲੇ ਗਏ, 92 ਕਿੱਥੋਂ ਸੰਭਾਲਣਗੇ ਜੀ। ਦੂਸਰੀ ਚੀਜ਼, ਇੰਦਰਬੀਰ ਸਿੰਘ ਨਿੱਗਰ ਡਾਕਟਰ ਬੜੇ ਵਧੀਆ ਬੰਦੇ ਨੇ, ਸ਼ਰੀਫ ਆਦਮੀ ਨੇ, ਅਜਨਾਲੀ ਨੂੰ ਬਿਲੋਂਗ ਕਰਦੇ ਨੇ, ਉੱਥੇ ਜ਼ਮੀਨ ਜਾਇਦਾਦ ਦੇ ਕੇ ਆਪਣਾ ਸਕੂਲ ਵੀ ਇਹਨਾਂ ਨੇ ਹੈਗਾ। ਜੀ ਜੀ। ਇੱਥੇ ਨਿੱਜਰ ਸਕੈਨ ਆ, ਇੱਕ ਹੋਟਲ ਹੈ ਬਕਾਇਆ ਤੌਰ ਤੇ, ਰੱਜੇ ਪੁੱਜੇ ਬੰਦੇ ਨੇ। ਜੀ ਜੀ। ਲੇਕਿਨ ਜੇ ਮੈਂ ਕਹਿ ਲਵਾਂ ਰੀੜ ਦੀ ਹੱਡੀ ਉਹਨਾਂ ਦੀ ਨਹੀਂ ਹੈਗੀ ਤੇ ਇਹਦੇ ਚ ਕੋਈ ਅੱਤ ਕਥਨੀ ਨਹੀਂ ਹੋਊਗੀ। ਬਿਲਕੁਲ। ਅੱਗੇ ਚੱਲਦੇ ਜੀ ਫੌਜਾ ਸਿੰਘ ਸਰਾਹੀ ਬਾਰੇ ਆਪਾਂ। ਜੀ। ਫੌਜਾ ਸਿੰਘ ਸਰਾਹੀ ਜਿਹੜਾ ਵਾ ਗੁਰੂ ਹਰਸਾਹਿਬ ਤੋਂ ਜਿੱਤਿਆ ਜੀ, ਤੇ ਗੁਰੂ ਹਰਸਾਹਿਬ ਤੇ ਇਹ ਪਹਿਲਾਂ ਸਾਬਕਾ ਪੁਲਿਸ ਅਫਸਰ ਹੁੰਦਾ ਸੀਗਾ ਜੀ। 2020 ਦੇ ਵਿੱਚ ਇਹਨੇ ਰਿਟਾਇਰਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕੀਤੀ, 2022 ਦੇ ਵਿੱਚ ਟਿਕਟ ਮਿਲ ਗਈ ਤੇ ਜਿੱਤ ਗਿਆ। ਪਹਿਲੀ ਵਾਰੀ ਆਮ ਆਦਮੀ ਪਾਰਟੀ ਜੁਆਇਨ ਕੀਤੀ, ਪਹਿਲੀ ਵਾਰ ਜਿੱਤ ਗਿਆ। ਇਹਨੂੰ ਇਸ ਕਰਕੇ ਬਣਾਇਆ ਗਿਆ ਵੀ ਰਾਜ ਸਿੱਖਾਂ ਦੀ ਜਿਹੜੀ ਆ 3-4 ਜ਼ਿਲ੍ਹਿਆਂ 'ਚ ਬੜੀ ਆਪਣੀ ਵੋਟ ਹੈਗੀ। ਹਾਂਜੀ, ਇਹ ਰਾਜ ਸਿੱਖ ਆ। ਭਾਵੇਂ ਇਹ ਕਹਿੰਦੇ ਸੀ ਬਰਾਦਰੀਵਾਰ ਤੇ ਜਾਤ ਤੇ ਧਰਮ ਤੇ ਕੋਈ ਸਿਆਸਤ ਨਹੀਂ ਕਰਦੇ, ਲੇਕਿਨ ਇਹ ਸਪਸ਼ਟ ਆ ਵੀ ਰਾਜ ਸਿੱਖ ਨੂੰ ਇਸ ਕਰਕੇ ਬਣਾਇਆ ਗਿਆ ਵੀ ਭਾਈ ਇਸ ਇਲਾਕੇ 'ਚ ਰਾਜ ਸਿੱਖ ਬਹੁਤ ਆ, ਉਹਨਾਂ ਨੂੰ ਵੋਟ ਕੈਸ਼ ਕਰਨ ਵਾਸਤੇ। ਜੀ ਜੀ। ਅੱਗੇ ਚੱਲਦੇ ਅਨਮੋਲ ਗਗਨ ਮਾਨ ਜੀ, ਉਹਨੂੰ ਬੀਬੀ ਨੂੰ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਆਪ ਲੈ ਕੇ ਆਏ ਸੀਗੇ ਤੇ ਸੱਭਿਆਚਾਰ ਦੇ ਖੇਤਰ 'ਚੋਂ ਆਈ ਸੀਗੀ ਉਹਨੂੰ ਸਿਆਸਤ ਦੀ ਬਹੁਤੀ ਜਾਣਕਾਰੀ ਨਹੀਂ ਜੀ। ਤੁਸੀਂ ਆਪ ਪਿਛਲੇ ਹਾਊਸ ਵੇਖੋ, 2 ਦਿਨ ਉਹ ਸੁੱਤੀ ਹੋਈ ਕੂਕ ਸੁੱਤੀ ਪਈ ਵਿਖਾਈ ਗਈ ਵੀ ਸੁੱਤੀ ਪਈ ਬੀਬੀ। ਅੱਗੇ ਚੱਲਦੇ ਆਪਾਂ ਜੀ, ਇੱਕ ਹੋਰ ਸਾਡੇ ਮਾਨਯੋਗ ਹੈਗੇ ਨੇ ਜਿਹੜੇ ਚੇਤਨ ਸਿੰਘ ਜੌੜਾ ਮਾਜਰਾ ਜੀ। ਚੇਤਨ ਸਿੰਘ ਜੌੜਾ ਮਾਜਰਾ ਵਾਕਈ ਗਰੀਬ ਘਰਾਣੇ ਤੋਂ ਨੇ ਜੀ। ਚੇਤਨ ਸਿੰਘ ਜੌੜਾ ਮਾਜਰਾ ਦੀ ਮਜ਼ਦੂਰੀ ਵੀ ਕੀਤੀ ਹੈ, ਅਫਰੀਕਾ 'ਚ ਗਿਆ ਮਜ਼ਦੂਰੀ ਕੀਤੀ ਉੱਥੇ ਜੀ। ਇੱਥੇ ਵੀ ਇੱਕ ਲੜਕੀ ਨਾਲ ਜਿਹੜੇ ਸੀ ਜ਼ਬਰਜਨ ਤੋਂ ਬਚਾਉਂਦਾ 2 ਗੋਲੀਆਂ ਵੱਜੀਆਂ, ਲੇਕਿਨ ਉਹਨੇ ਆਪਣਾ ਹੱਥ ਨਹੀਂ ਛੱਡਿਆ, ਕੁੜੀ ਨੂੰ ਬਚਾਇਆ ਸੀ ਜੀ। ਇਸ ਕਰਕੇ ਕਹਿੰਦੇ ਵੀ ਉਹ ਜਿਹੜੇ ਜ਼ਿਲ੍ਹੇ ਨੇ ਪਟਿਆਲੇ ਦੀਆਂ 8 ਸੀਟਾਂ ਦੇ ਉਹਨਾਂ ਦੇ ਵਿੱਚੋਂ ਇੱਕ ਬਣਾਇਆ ਗਿਆ, ਨਾਲ 1-2 ਜ਼ਿਲ੍ਹੇ ਹੋਰ ਜਿੱਥੇ ਨਹੀਂ ਹੈਗਾ, ਤੇ ਇਸ ਕਰਕੇ ਉਹਨਾਂ ਨੂੰ ਦਿੱਤੀ ਗਈ ਨੁਮਾਇੰਦਗੀ ਵੀ ਤੁਸੀਂ ਵੀ ਆ ਜਾਓ। ਹਾਂਜੀ। ਹੁਣ ਇਹ 5 ਬੰਦੇ ਜਿਹੜੇ ਬਣਾਏ ਗਏ ਆ, ਪੰਜਾਂ ਦੀ ਆਪਣੀ ਰੀੜ ਦੀ ਹੱਡੀ ਨਹੀਂ ਹੈਗੀ। ਰੀੜ ਦੀ ਹੱਡੀ ਹੈਗੀ, ਮਤਲਬ ਸਿਆਸੀ ਤੌਰ ਤੇ ਕਮਜ਼ੋਰ ਨੇ। ਬਿਲਕੁਲ। ਅਗਲੀ ਗੱਲ ਤੁਸੀਂ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਦੀ ਜੀ। ਜੇ ਮੈਂ ਕਹਾਂ ਵੀ ਕੇਜਰੀਵਾਲ ਨਾਲ ਦਾ ਝੂਠਾ ਬੰਦਾ ਕੋਈ ਨਹੀਂ ਹੈਗਾ ਤੇ ਕੋਈ ਅਤ ਕਥਨੀ ਨਹੀਂ ਹੋ। ਕੇਜਰੀਵਾਲ ਬਕਾਇਦਾ ਤੌਰ ਤੇ ਅੰਮ੍ਰਿਤਸਰ ਆਪ ਆਇਆ ਤੇ ਇਹਨੇ ਆਪਣੇ ਨੂੰ ਕੁੰਵਰ ਵਿਜੇ ਪ੍ਰਤਾਪ ਨੂੰ ਜੁਆਇਨ ਕਰਵਾਇਆ ਸੀ, ਆਪਣੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਜੁਆਇਨ ਕਰਾਇਆ ਸੀ ਜੀ। ਤੇ ਕਿਹਾ ਕੀ ਸੀ ਵੀ ਅੰਮ੍ਰਿਤਸਰੀਓ ਸਾਡੀ ਸਰਕਾਰ ਬਣਾ ਦਿਓ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਿਤਾ ਦਿਓ ਤੇ ਮੈਂ ਟੌਪ ਦਾ ਮਿਨਿਸਟਰ ਬਣਾਉਂਗਾ। ਅੱਜ ਕਿੱਥੇ ਨੇ ਉਹ ਕੇਜਰੀਵਾਲ ਸਾਹਿਬ ਜੀ?
ਕਿਉਂ ਨਹੀਂ ਬਣਾਇਆ ਕੁੰਵਰ ਵਿਜੇ ਪ੍ਰਤਾਪ ਨੂੰ? ਕਿਉਂ? ਉਹਦੀ ਰੀੜ ਦੀ ਹੱਡੀ ਕੰਮ ਕਰਦੀ ਹੈ। ਉਹਨੇ ਸੱਚ ਨੂੰ ਸੱਚ ਕਹਿਣਾ, ਉਹਨੇ ਝੂਠ ਨੂੰ ਝੂਠ ਕਰਨਾ, ਉਹਨੇ ਕਿਸੇ ਚਮਚਾਗਰੀ ਨਹੀਂ ਕਰਨੀ ਜੀ। ਪਾਰਟੀ ਦਾ ਵਫਾਦਾਰ ਹੋ ਕੇ ਰਹਿਣਾ, ਇਮਾਨਦਾਰ ਵੀ ਹੋ ਕੇ ਰਹਿਣਾ, ਇੰਨੀ ਗੱਲ ਨਹੀਂ। ਲੇਕਿਨ ਜੇ ਕਹਿ ਦਈਏ ਵੀ ਆਮ ਤੌਰ ਤੇ ਕੇਜਰੀਵਾਲ ਵਰਗਾ ਬੰਦਾ ਵੀ ਕੋਈ ਗਲਤੀ ਕਰਦਾ ਵਾ ਤੇ ਪਰਚਾ ਦੇਣ ਤੋਂ ਉਹਨੇ ਪਿੱਛੇ ਨਹੀਂ ਹਟਣਾ। ਤੁਹਾਨੂੰ ਪਤਾ ਜਦੋਂ ਉਹ SSP ਸੀ, ਉਹਨੇ ਆਪਣੇ DI ਦੇ ਖਿਲਾਫ ਪਰਚਾ ਦੇ ਦਿੱਤਾ ਸੀ ਕਰਪਸ਼ਨ ਦਾ। ਬਿਲਕੁਲ। ਇਸ ਕਰਕੇ ਇਹ ਸਰਕਾਰ ਨੇ ਜਿਹੜੇ 5 ਮੰਤਰੀ ਬਣਾਏ ਨੇ, ਇਹਨਾਂ ਦੇ ਕਰਕੇ ਰਿਜ਼ੈਂਟਮੈਂਟ ਬੜੀ ਆ। 3 ਹੋਰ ਨੇ। ਔਰ ਮੈਂ ਇਹ ਵੀ ਗੱਲ ਕਹਿ ਦਿਆਂ, ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੀ ਬਣੀ ਹੋਈ ਹੈ, ਆਉਣ ਵਾਲੇ ਦਿਨਾਂ 'ਚ ਇਹ ਹੋਰ ਖਰਾਬ ਹੋ ਸਕਦੀ ਹੈ। ਬਿਲਕੁਲ। ਜੇ ਹੋਰ ਖਰਾਬ ਹੋ ਸਕਦੀ ਹੈ ਤੇ ਫਿਰ ਕੁੰਵਰ ਵਿਜੇ ਪ੍ਰਤਾਪ ਨੂੰ ਹੋਮ ਮਿਨਿਸਟਰ ਬਣਾਉਣਾ ਇਹਨਾਂ ਦੀ ਮਜਬੂਰੀ ਬਣ ਜੂਗੀ। ਉਹਦਾ ਕਾਰਨ ਕੀ ਜੀ? ਤੁਹਾਨੂੰ ਪਤਾ ਹੋਏਗਾ ਵੀ ਕਿਰਨ ਬੇਦੀ ਜਦੋਂ ਆਈ ਆ, ਪੁਲਿਸ ਦੇ ਵਿੱਚ IPS ਬਣੀ ਆ ਜੀ, ਉਹ ਕਿੱਥੋਂ ਚੜੀ ਸੀਗੀ? ਉਹਨੇ ਕੰਮ ਕੀਤਾ ਸੀ ਜੀ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਉਹ ਕਿਸੇ ਫੰਕਸ਼ਨ 'ਚ ਆਈ ਤੇ ਉਹਦੀ ਇੱਕ ਜਿਹੜੀ ਗੱਡੀ ਸੀ ਉਹ ਨੋ ਪਾਰਕਿੰਗ ਜ਼ੋਨ 'ਚ ਖੜੀ ਸੀਗੀ। ਉਹਨੇ ਕਰੇਨਾ ਚੁੱਕੀ ਤੇ ਥਾਣੇ ਲੈ ਗਈ ਜੀ। ਸਿਫਾਰਸ਼ਾਂ ਹੋਈਆਂ, ਲੇਕਿਨ ਨਹੀਂ, ਉਹਨਾਂ ਦਿਨਾਂ 'ਚ ਉਹਨੇ 1000 ਰੁਪਏ ਜੁਰਮਾਨਾ ਪਾਇਆ ਸੀ ਜੀ। ਉਦੋਂ ਉਹਦਾ ਨਾਂ ਰੱਖਿਆ ਗਿਆ ਸੀ ਕਰੇਨ ਬੇਦੀ ਜੀ। ਜਿੱਥੇ ਵੀ ਜਾਂਦੀ ਉਹ ਧੜੱਲੇ ਦਾ ਕੰਮ ਕਰਦੀ ਸੀ, ਡਰ ਕੇ ਨਹੀਂ ਸੀ ਕਰਦੀ ਜੀ। ਇਸ ਕਰਕੇ ਉਹਦੇ ਡਰ ਨਾਲ ਹੀ ਲੋਕ ਸਿੱਧੇ ਹੋ ਜਾਂਦੇ ਵੀ ਕਿਰਨ ਬੇਦੀ ਆ ਗਈ ਹੈ, ਸਿੱਧੀ ਹੋ ਜਾਓ, ਉਹਨੇ ਬਖਸ਼ਣਾ ਨਹੀਂ ਕਿਸੇ ਨੂੰ ਜੀ। ਇਹੀ ਹਾਲ ਕੁੰਵਰ ਵਿਜੇ ਪ੍ਰਤਾਪ ਦਾ। ਕੁੰਵਰ ਵਿਜੇ ਪ੍ਰਤਾਪ ਨੂੰ ਤੁਸੀਂ ਅੱਜ ਇੱਥੇ ਹੋਮ ਮਿਨਿਸਟਰ ਬਣਾ ਦਿਓ, ਓਫੀਸ਼ੀਅਲ ਮਸ਼ੀਨਰੀ ਆਪਣੇ ਆਪ ਸਿੱਧੀ ਹੋ ਜਾਏਗੀ ਤੇ ਅੱਧਾ ਕੁ ਮਸਲਾ ਵੈਸੇ ਹੀ ਹੱਲ ਹੋ ਜਾਊ। ਬਿਲਕੁਲ ਬਿਲਕੁਲ। ਲੇਕਿਨ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਵਾਰਾ ਨਹੀਂ ਖਾਂਦਾ। ਕਿਉਂ ਨਹੀਂ ਵਾਰਾ ਖਾਂਦਾ? ਵੀ ਉਹਨੇ ਇਹਨਾਂ ਦੀ ਮੰਨਣੀ ਨਹੀਂ। ਉਹਨੇ ਕਹਿਣਾ ਨਹੀਂ, ਮੈਂ ਸੂਬੇ ਦੇ ਹਿੱਤ ਦੇ ਵਿੱਚ, ਲੋਕਾਂ ਦੇ ਹਿੱਤ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕਰਨੀ, ਮੈਂ ਤੁਹਾਡੇ ਅੱਖੇ ਨਹੀਂ ਲੱਗਣਾ। ਬਿਲਕੁਲ ਜੀ, ਬਿਲਕੁਲ। ਭੱਟੀ ਸਾਹਿਬ, ਅਗਲੀ ਗੱਲ ਕਰੀਏ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ ਇੱਕ ਕੈਬਨਿਟ ਮਿਨਿਸਟਰ ਦਾ ਨਾਮ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ। ਉਹ ਕਿਹੜਾ ਮਿਨਿਸਟਰ ਆ ਤੇ ਕਿਹੜੇ ਕਾਰਨਾਂ ਕਰਕੇ ਨਾਮ ਜਿਹੜਾ ਆ ਉਹ ਆ ਰਿਹਾ ਆ, ਤੇ ਕੀ ਉਸ ਮੰਤਰੀ ਨੂੰ ਵੀ ਅਹੁਦੇ ਤੋਂ ਅਲੱਗ ਕੀਤਾ ਜਾ ਸਕਦਾ? ਇੱਕ ਸਟੱਡ ਫਾਰਮ ਚਲਾਉਂਦੇ ਜੀ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦੇ ਉੱਤੋਂ ਸਤਬੀਰ ਸਿੰਘ ਨਾਂ ਦਾ ਮੁੰਡਾ ਚੁੱਕਿਆ ਗਿਆ ਜੀ। ਉਹਦੇ ਤੇ ਦੋਸ਼ ਇਹ ਸੀ ਵੀ ਇਹਨੇ ਸਿੱਧੂ ਮੂਸੇਵਾਲੇ ਦੇ ਛੂਟਰਿਆਂ ਨੂੰ ਗੱਡੀ ਸਪਲਾਈ ਕੀਤੀ ਹੈ ਤੇ ਨਾਲ ਬਕਾਇਦਾ ਤੌਰ ਤੇ ਉਹਨਾਂ ਨੂੰ ਪਨਾਹ ਦਿੱਤੀ ਹੈ ਜੀ। ਉਸ ਕੇਸ ਦੇ ਵਿੱਚ ਉਹ ਚੁੱਕਿਆ ਗਿਆ। ਉਹਦੀ ਤਫਤੀਸ਼ ਦੇ ਵਿੱਚ, ਉਹਦੀ ਇੰਟਰੋਗੇਸ਼ਨ ਵਿੱਚ ਇੱਕ ਸੰਦੀਪ ਸਿੰਘ ਕੱਲ ਉਹਨਾਂ ਦਾ ਬੰਦਾ ਆਇਆ ਜੀ। ਇਹ 2 ਮੁੰਡੇ, ਇੱਕ ਫਤਿਹਗੜ੍ਹ ਚੂੜੀਆਂ ਦਾ, ਇੱਕ ਤਲਵੰਡੀ ਰਾਏ ਦਾ, ਦੂਜੇ ਨਾਲੇ ਦੇ ਕੋਲ ਜੀ। ਜਿਹੜਾ ਸਤਵੀਰ ਆ, ਸਤਵੀਰ ਦੇ ਇੱਕ ਪੰਜਾਬ ਦੇ ਕੈਬਨਿਟ ਮੰਤਰੀ ਦਾ ਫੋਟੋ ਵਾਇਰਲ ਹੋਈਆਂ ਤੇ ਪਤਾ ਲੱਗਾ ਵੀ ਉਹ ਉਹਨਾਂ ਦਾ ਖਾਸ ਬੰਦਾ ਵਾ, ਮੰਤਰੀ ਸਾਹਿਬ ਦਾ ਜੀ, ਜਿਹਨੇ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਵੀ ਕੀਤੀ, ਪੈਸੇ ਵੀ ਦਿੱਤੇ ਤੇ ਮੈਨ ਪਾਵਰ ਵੀ ਦਿੱਤੀ ਜੀ। ਇਸ ਕਰਕੇ ਜੇ ਕਿਤੇ ਇਹ NIA ਨੂੰ ਕੇਸ ਚਲਾ ਗਿਆ, ਕਿਉਂ ਅੱਜ ਤੇ ਪੰਜਾਬ ਪੁਲਿਸ ਨੇ ਚੁੱਕਿਆ ਇਹਨਾਂ ਨੂੰ, ਲੁਧਿਆਣੇ ਦੀ ਪੁਲਿਸ ਚੁੱਕ ਕੇ ਲੈ ਕੇ ਗਈ ਸੀ ਇਹਨੂੰ, ਸਤਬੀਰ ਨੂੰ। ਜੇ ਕਿਤੇ ਕੇਸ NIA ਨੂੰ ਚਲੇ ਗਿਆ ਤੇ ਫਿਰ ਉਹ ਮੰਤਰੀ ਦੀ ਪੇਸ਼ੀ ਹੋਣੀ ਤੈਅ ਆ, ਉਹ ਨਹੀਂ ਬਚ ਸਕਦਾ ਇਸ ਗੱਲ ਜੀ। ਜੇ ਪੇਸ਼ੀ ਵੀ ਹੋ ਜਾਂਦੀ ਆ ਤੇ ਭਗਵੰਤ ਮਾਨ ਨੇ ਇਸ ਗੱਲ ਤੋਂ ਬਿਲਕੁਲ ਨਹੀਂ ਬਖਸ਼ਣਾ ਵੀ ਭਾਈ ਤੂੰ ਇੱਥੇ ਤੇਰੀ ਪੇਸ਼ੀ ਕਿਉਂ ਹੋਈ, ਕੀ ਨਹੀਂ। ਉਹਨੇ ਕਿਹਾ ਨਾ, ਜੋ ਹੋ ਗਿਆ ਠੀਕ ਹੋ ਗਿਆ। ਮਾੜੀ ਜੀ ਵੀ ਗੱਲ, ਭਾਵੇਂ ਕਿ ਉਹਨੂੰ ਕਿਸੇ ਪਰਚੇ 'ਚ ਨਾ ਰੱਖਣ, ਲੇਕਿਨ ਇੰਨੀ ਇੱਕ ਬੜੀ ਗੱਲ ਹੋਊ ਵੀ NIA ਨੂੰ ਪੁੱਛਗਿੱਛ ਵਾਸਤੇ ਬੁਲਾ ਲਵੇ ਜੀ। ਪਰ ਤੁਹਾਨੂੰ ਇਹ ਵੀ ਦੱਸ ਦਿਆਂ ਮੈਂ, ਪੰਜਾਬ ਦੇ ਵਿੱਚ ਤੇ ਇੱਕ ਮੰਤਰੀ ਜਿਹੜਾ ਸੀ ਵਿਜੇ ਸਿੰਗਲਾ ਜੀ, ਉਹਦੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਤੁਸੀਂ ਪਰਚਾ ਦਰਜ ਕਰਕੇ ਬਿਨਾਂ ਕੇ ਸਬੂਤ ਤੋਂ ਜੇਲ੍ਹ ਸੁੱਟ ਦਿੱਤਾ ਹਾਂਜੀ। ਭਾਵੇਂ ਕਿ ਉਹ ਭਗਵੰਤ ਮਾਨ ਦੀ ਤੇ ਰਾਘਵ ਚੱਡੇ ਦੀ ਆਪਸੀ ਅੰਦਰੂਨੀ ਲੜਾਈ ਸੀ ਉਸ ਕੇਸ ਦੇ ਵਿੱਚ ਜੀ। ਲੇਕਿਨ ਦਿੱਲੀ ਦੇ ਵਿੱਚ ਸਤਿੰਦਰ ਜੈਨ ਜਿਹੜਾ ਮੰਤਰੀ ਆ ਜੀ, ਜਿਹੜਾ ਆ ਜੇਲ੍ਹ ਦੀ ਹਵਾ ਖਾ ਰਿਹਾ, ਉਹਦੇ ਬੰਦੇ ਪਰਸੋਂ ਵੀ 2 ਫੜੇ ਗਏ ਨੇ। 2 ਬੰਦੇ ਫੜੇ ਜਾਣ ਤੋਂ ਬਾਅਦ ਜਿਹੜਾ ਸੀ ਉਹਨਾਂ ਨੇ ਇੰਨੀ ਗੱਲ ਕਹੀ ਸੀ ਕੁਝ ਕੇਜਰੀਵਾਲ ਸਾਹਿਬ ਨੇ, ਇਹ ਪੋਲੀਟੀਕਲ ਵੈਂਡੇਟਾ ਵਾ ਜੀ। ਇਸ ਬੰਦੇ ਨੂੰ ਤੇ ਪਦਮ ਵਿਭੂਸ਼ਣ ਨਾਲ ਸਬੰਧ ਕੀਤਾ ਜਾਣਾ ਚਾਹੀਦਾ ਸਤਿੰਦਰ ਜੈਨ ਨੂੰ, ਇਹਨੇ ਬੜਾ ਕੰਮ ਕੀਤਾ ਜੀ। ਤੇ ਕੱਲ ਇਹਨਾਂ ਦੇ 2 MLA ਵੀ CBI ਦੀ ਰਡਾਰ ਤੇ ਆ ਗਏ ਨੇ ਜੀ। ਦਿੱਲੀ ਦੇ 2 MLA, ਇੱਕ ਹੈਗਾ ਮੁਕੇਸ਼ ਅਲਾਵਤ ਤੇ ਇੱਕ ਹੈਗਾ ਵਾ ਸੰਜੀਵ ਝਾ ਜੀ।
ਇਹ 2 MLA ਨੇ। ਇਹ ਉਹਦੀ ਰਡਾਰ ਤੇ ਕਿਵੇਂ ਆ ਗਏ ਨੇ ਵੀ ਉਹਨਾਂ ਨੇ ਇੱਕ ਬਕਾਇਦਾ ਤੌਰ ਤੇ ਡਿਪਟੀ ਜਨਰਲ ਮੈਨੇਜਰ DTC ਦਾ ਫੜਿਆ ਕਰਪਸ਼ਨ ਦੇ ਕੇਸ ਜੀ। ਉਹਨੇ ਇੰਨੀ ਗੱਲ ਕਹੀ ਵੀ ਆਹ ਜਿਹੜੇ 2 MLA ਨੇ ਇਹ ਮੇਰੇ ਤੇ ਦਬਾਅ ਪਾ ਕੇ ਮੈਨੂੰ ਲਿਸਟਾਂ ਦਿੰਦੇ ਸੀ ਵੀ ਆਹ ਡਰਾਈਵਰ ਨਹੀਂ ਬਦਲਣੀ ਇੱਥੇ ਕਰਦੇ ਤੇ ਆਹ ਕਨੈਕਟਰ ਇੱਥੇ ਕਰਦੇ ਜੀ। ਇਸ ਕਰਕੇ ਇਹਨਾਂ ਦੀ ਵੀ ਸ਼ਮੂਲੀਅਤ 'ਚ ਹੋ ਸਕਦੀ ਹੈ। ਉਹਦੇ ਘਰੋਂ 40 ਲੱਖ ਰੁਪਇਆ ਫੜਿਆ ਗਿਆ DC ਜਾਂ ਡਿਪਟੀ ਜਨਰਲ ਮੈਨੇਜਰ ਜੀ। ਉੱਥੇ ਵੀ ਬੰਦੇ ਫੜੇ ਜਾ ਰਹੇ, ਇੱਥੇ ਫੜੇ ਜਾ ਰਹੇ ਨੇ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖਿਓ ਇੱਥੇ ਵੀ ਕਈ MLA ਹੈਗੇ ਆ, ਇਹਨਾਂ ਦੇ 92 ਦੇ ਵਿੱਚੋਂ 52 MLA ਅਜਿਹੇ ਆ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਤੇ 20 ਦੇ ਖਿਲਾਫ ਸੰਗੀਨ ਕੇਸ ਚੱਲਦੇ ਨੇ ਜੀ। ਜਦੋਂ ਕੇਜਰੀਵਾਲ ਸਮਝ ਗਏ ਤੁਸੀਂ ਨੀਟ ਐਂਡ ਕਲੀਨ ਪ੍ਰਸ਼ਾਸਨ ਦਿਆਂਗੇ ਤੇ ਨੀਟ ਐਂਡ ਕਲੀਨ ਵਿਅਕਤੀ ਦੇਵਾਂਗੇ, 92 ਦੇ ਵਿੱਚੋਂ 52 ਜਿਹੜੇ ਜਿੱਤੇ ਨੇ ਉਹ ਦਾਗੀ ਨੇ ਇਹਨਾਂ ਦੇ ਜੀ। ਭੱਟੀ ਸਾਹਿਬ ਅਗਲੀ ਗੱਲ ਕਰੀਏ, ਬਿਕਰਮਜੀਤ ਸਿੰਘ ਮਜੀਠੀਆ ਫਿਰ ਮੁਸ਼ਕਲਾਂ ਦੇ ਵਿੱਚ ਆ ਕਿਉਂਕਿ ਜ਼ਮਾਨਤ ਲੈਣ ਵਾਸਤੇ ਬਾਰ-ਬਾਰ ਜਿਹੜੀ ਆ ਉਹ ਅਰਜੀ ਲਾ ਰਹੇ ਆ, ਪਰ ਹੁਣ ਤਾਂ ਜੱਜ ਜਿਹੜੇ ਆ ਉਹਨਾਂ ਦੇ ਬੈਂਚ ਨੇ ਪਾਸਾ ਵੱਟ ਲਿਆ, ਕਹਿੰਦੇ ਕਿ ਅਸੀਂ ਤਾਂ ਇਸ 'ਤੇ ਸੁਣਵਾਈ ਨਹੀਂ ਕਰਨੀ। ਜਿਹੜੇ ਬਕਾਇਦਾ ਤੌਰ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ 30 ਤਰੀਕ ਨੂੰ ਸੁਣਵਾਈ ਹੋਈ ਸੀਗੀ, 30 ਮਈ ਨੂੰ ਜੀ, 30 ਮਈ ਨੂੰ ਸੁਣਵਾਈ ਹੋਈ ਸੀ ਤੇ ਇਹਨਾਂ ਨੇ ਆਪਣਾ ਕੇਸ ਜਿਹੜਾ ਸੀਗਾ ਜੱਜਾਂ ਨੇ ਉਹ ਪੈਂਡਿੰਗ ਰੱਖ ਲਿਆ ਸੀਗਾ ਹਾਂਜੀ, ਵੀ ਸੁਣਵਾਈ ਬਾਅਦ 'ਚ ਕੀਤੀ ਜਾਊਗੀ ਹਾਂਜੀ। ਉਹਦੇ ਵਿੱਚ ਜਸਟਿਸ ਮਸੀਹ ਤੇ ਜਸਟਿਸ ਮੋਡਗਿਲ ਨੇ ਜੀ। ਹੁਣ ਇਹ ਜਿਹੜੀ ਇਹਨਾਂ ਦੀ ਸੁਣਵਾਈ ਹੋਈ ਆ ਇਹ ਧੱਕੇ ਨਾਲ ਹੋਈ ਆ, ਮਤਲਬ ਕੋਈ ਕੇਸ ਲੱਗਾ ਨਹੀਂ ਸੀਗਾ, ਜਾਣ ਬੁੱਝ ਕੇ ਲਾਇਆ ਗਿਆ ਕਿਸੇ ਸਿਫਾਰਿਸ਼ ਕਰਕੇ ਨਹੀਂ ਕਿਸੇ ਕਰਕੇ ਹਾਂਜੀ। ਜਿਹੜੇ ਜਸਟਿਸ ਮਸੀਹ ਆ ਉਹ ਬਹੁਤ ਇਮਾਨਦਾਰ ਨੇ, ਨਾ ਉਹ ਸਿਫਾਰਿਸ਼ ਮੰਨਦੇ ਆ ਤੇ ਨਾ ਕਿਸੇ ਤੋਂ ਕੁਛ ਲੈਂਦੇ ਨਾ ਦਿੰਦੇ ਨੇ ਜੀ। ਜੋ ਮੈਂ ਮਹਿਸੂਸ ਕਰਦਾ ਮੈਨੂੰ ਨਹੀਂ ਪਤਾ ਕੀ ਹੈ, ਕਿਉਂਕਿ ਇਹਨਾਂ ਦਾ ਵਕੀਲ ਇਹ ਗੱਲ ਕਹਿੰਦਾ ਸੀਗਾ, ਬਿਕਰਮ ਸਿੰਘ ਮਜੀਠੀ ਦੇ ਵਕੀਲ ਨੇ ਕਿਹਾ ਵੀ ਇਹਨਾਂ ਦੇ ਕੇਸਾਂ 'ਚ ਪੜਤਾਲ ਹੋ ਚੁੱਕੀ, ਇਹ ਨਵੀਂ FIR ਗਲਤ ਦਰਜ ਕੀਤੀ ਦੇ ਖਿਲਾਫ ਅੱਛਾ ਜੀ, ਇਹ ਕੁਵੈਸ਼ ਕੀਤੀ ਜਾਵੇ ਤੇ ਮਜੀਠੀ ਨੂੰ ਛੱਡਿਆ ਜਾਵੇ। ਜਿਹੜੇ ਸਰਕਾਰੀ ਵਕੀਲ ਸੀ ਉਹਨੇ ਕਿਹਾ ਨਹੀਂ ਗਲਤ ਨਹੀਂ ਕੀਤੀ। ਜਦੋਂ ਇਹਦੀ ਪਹਿਲਾਂ ਇਨਕੁਆਇਰੀ ਉਦੋਂ ਮੰਤਰੀ ਸੀ ਆਪ, ਇਹਨੇ ਮੰਤਰੀ ਦੇ ਪ੍ਰਭਾਵ ਥੱਲੇ ਕੁਛ ਹੋ ਨਹੀਂ ਦਿੱਤਾ, ਇਸ ਕਰਕੇ FIR ਬਿਲਕੁਲ ਠੀਕ ਹੋਈ, ਇਹਦੀ ਪੜਤਾਲ ਹੋ ਰਹੀ। ਉਦੋਂ ਬਾਅਦ ਫਿਰ ਜਿਹੜਾ ਜੱਜ ਸੀਗਾ, ਜੱਜ ਡਬਲ ਬੈਂਚ ਸੀਗਾ, ਉਹਨਾਂ ਨੇ ਕਹਿਤਾ ਵੀ ਇਹਦੀ ਸੁਣਵਾਈ ਅਸੀਂ ਨਹੀਂ ਕਰ ਸਕਦੇ, ਅਸੀਂ ਇਹਦੀ ਜਿਹੜੀ ਸੁਣਵਾਈ ਆ ਉਹ ਚੀਫ ਜਸਟਿਸ ਨੂੰ ਭੇਜਣ, ਉਹ ਨਵਾਂ ਬੈਂਚ ਬਣਾਵੇ ਜਾਂ ਆਪ ਸੁਣਵਾਈ ਕਰੇ। ਪਰ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਆ ਜੀ, ਜਸਟਿਸ ਮਸੀਹ ਬਹੁਤ ਹੀ ਇਮਾਨਦਾਰ ਤੇ ਬੇਦਾਗ ਜੱਜ ਆ ਜੀ। ਪੋਸੀਬਿਲਿਟੀ ਪੇ ਨਾ ਕੋਈ ਸਿਫਾਰਿਸ਼ ਪਾਈ ਹੋਵੇ ਜਾਂ ਕੋਈ ਹੋਰ ਸਾਧਨ ਵਰਤੇ ਹੋਣ ਜਿਹਦੇ ਕਰਕੇ ਉਹਨਾਂ ਕਿਹਾ ਜੀ ਮੈਂ ਕੇਸ ਬਿਲਕੁਲ ਨਹੀਂ ਸੁਣਨਾ ਸੀ। ਇਸ ਕਰਕੇ ਬਿਕਰਮ ਮਜੀਠੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਜੀ 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 ਬਿਲਕੁਲ। ਸੋ ਅਗਲੀ ਸੁਣਵਾਈ ਜਿਹੜੀ ਦਰਸ਼ਕਾਂ ਨੂੰ ਦੱਸਦੀ ਹੈ ਕਿ 11 ਜੁਲਾਈ ਨੂੰ ਜਿਹੜੀ ਆ ਉਹ ਹੋਵੇਗੀ। ਹੁਣ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਦੇ ਵਿੱਚ ਕੀ ਬਣਦਾ ਉਹਦੀ ਅਪਡੇਟ ਵੀ ਜਿਹੜੀ ਉਹ ਸਾਂਝੀ ਕਰਾਂਗੇ। ਤੇ ਭੱਟੀ ਸਾਹਿਬ ਕਿਸਾਨ ਫਿਰ ਇੱਕ ਵਾਰ ਸਰਗਰਮ ਹੋ ਗਏ ਆ। 31 ਜੁਲਾਈ ਨੂੰ ਕਹਿੰਦੇ ਆ ਕਿ ਭਾਰਤ ਬੰਦ ਦਾ ਐਲਾਨ ਜਿਹੜਾ ਆ ਉਹ ਕੀਤਾ ਆ ਤੇ ਮੋਰਚਾ ਵੀ ਸ਼ੁਰੂ ਕਰਨ ਦਾ ਐਲਾਨ ਜਿਹੜਾ ਆ ਉਹ ਹੋ ਗਿਆ ਆ। ਕਿ ਜਿਹੜੀ ਪਹਿਲਾਂ ਦਿੱਲੀ ਦੇ ਵਿੱਚ ਬਹਿ ਕੇ ਮੋਰਚਾ ਲੱਗਾ ਸੀਗਾ, ਜਿਹੜੀਆਂ ਗੱਲਾਂ ਸਰਕਾਰ ਨੇ ਕੀਤੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਹੀ ਦੁਬਾਰਾ ਜਿਹੜਾ ਆ ਮੋਰਚਾ ਸ਼ੁਰੂ ਹੋ ਰਿਹਾ ਜਾਂ ਕੁਝ ਹੋਰ ਗੱਲਾਂ ਐਡ ਕੀਤੀਆਂ ਗਈਆਂ ਉਹਦੇ ਵਿੱਚ? ਵੇਖੋ ਜਿਹੜੀ ਗੱਲ ਕਿਸਾਨਾਂ ਦੀ ਹੈ ਨਾ ਜੀ, ਕਿਸਾਨਾਂ ਦਾ ਇੱਕ ਕਾਮਯਾਬ ਮੋਰਚਾ ਸੀਗਾ ਜੀ, ਸੈਂਸਿਟਿਵ ਮੋਰਚਾ ਸੀ, ਭਾਵਨਾ ਜਿਹੜਾ ਮੋਰਚਾ ਸੀ ਜੀ ਜੀ ਬਿਲਕੁਲ। ਨੌਜਵਾਨ ਨੇ ਬਹੁਤ ਤਕੜਾ ਸਾਥ ਦਿੱਤਾ ਉਹਦੇ ਵਿੱਚ ਹਾਂਜੀ, ਐਨਆਰਆਈਜ਼ ਨੇ ਬਹੁਤ ਸਾਥ ਦਿੱਤਾ ਜੀ। ਲੇਕਿਨ ਕਿਸਾਨ ਜਿਹੜੇ ਥੋੜ੍ਹੇ ਕਾਲੇ ਪੈ ਗਏ ਜੀ। ਕਾਲੇ ਪੈਣੇ ਤੋਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਸੀ ਫਟਾਫਟ ਆਪਣਾ ਮੋਰਚਾ ਚੁੱਕ ਦਿੱਤਾ। ਉਹਦਾ ਕਾਰਨ ਇਹ ਸੀਗਾ ਕੇਜਰੀਵਾਲ ਨੇ ਰਾਜੇਵਾਲ ਸਾਹਿਬ ਬਲਬੀਰ ਸਿੰਘ ਰਾਜੇਵਾਲ ਦੇ ਕੰਨ 'ਚ ਫੂਕ ਮਾਰੀ ਸੀ ਵੀ ਭਾਈ ਤੁਸੀਂ ਮੋਰਚਾ ਖਤਮ ਕਰਕੇ ਚੱਲੋ ਔਰ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਉਣਾ ਵਾ। ਉਹ ਉਹਦੀਆਂ ਗੱਲਾਂ 'ਚ ਆ ਗਏ ਤੇ ਗੱਲਾਂ 'ਚ ਆ ਕੇ ਮੋਰਚਾ ਵੀ ਖਤਮ ਕਰ ਦਿੱਤਾ ਤੇ ਮੁੜ ਕੇ ਉਹਨਾਂ ਨੂੰ ਜਿਹੜਾ ਸੀ ਮੁੱਖ ਮੰਤਰੀ ਵੀ ਨਹੀਂ ਬਣਾਇਆ ਗਿਆ। ਤੇ ਜਦੋਂ ਉਹਨਾਂ ਇਲੈਕਸ਼ਨ ਲੜੀ ਤੇ 5400 ਵੋਟ ਮਿਲੀ ਸਿਰਫ ਉਹਨੂੰ ਆਪ ਜੀ। ਬਹੁਤ ਬੰਦੇ ਦੀ ਜ਼ਮਾਨਤਾਂ ਜਿੱਤ ਰਹੀਆਂ। ਉਹਦੇ ਵਿੱਚ 9 ਜਿਹੜੀਆਂ ਜਥੇਬੰਦੀਆਂ ਨੇ ਇਲੈਕਸ਼ਨ 'ਚ ਹਿੱਸਾ ਨਹੀਂ ਲਿਆ, ਉਹਨਾਂ ਕਹਿਤਾ ਵੀ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੀ ਹੁਣ ਮੋਰਚੇ ਸ਼ਾਮਲ ਹੋ। ਬਿਲਕੁਲ ਉਹਨਾਂ ਨੂੰ ਮੋਰਚੇ ਤੋਂ ਵਾਪਸ ਵੱਖ ਕਰ ਦਿੱਤਾ ਗਿਆ ਹਾਂਜੀ। ਜਿਹੜੀ ਹੁਣ ਮਹਿਰੌਲੀ ਪਰਸੋਂ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਕੀਤਾ ਗਿਆ ਵੀ ਇਹਨਾਂ ਨੂੰ ਜਥੇਬੰਦੀਆਂ ਨੇ ਫਿਰ ਵਾਪਸ ਲੈ ਜਾਂਦਾ ਵੀ ਇਹ ਆਪਣੀ ਜਨਤਕ ਤੌਰ 'ਤੇ ਮਾਫੀ ਮੰਗਣ।
ਬਿਲਕੁਲ ਉਹਨਾਂ ਨੇ ਕਿਹਾ ਸੀ ਆਪਣੀ ਪਾਰਟੀ ਭੰਗ ਕਰਕੇ ਦੁਬਾਰਾ ਜਿਹੜਾ ਹੈ ਉਹ ਜੁਆਇਨ ਕਰ ਸਕਦੇ ਬਿਲਕੁਲ ਉਹਨਾਂ ਨੇ ਜਿਹੜੀ ਸੀ ਆਪਣੀ ਜਿਹੜੀ ਸੀ ਬਕਾਇਦਾ ਤੌਰ ਤੇ ਮਾਫੀ ਮੰਗ ਲਈ ਹੈ ਤੇ ਉਹ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜੀ। ਲੇਕਿਨ ਸ਼ਾਇਦ ਜਿਹੜਾ ਅੱਗੇ ਬਲਬੀਰ ਸਿੰਘ ਰਾਜੇਵਾਲ ਨੂੰ ਮਾਣ ਸਤਿਕਾਰ ਮਿਲਿਆ ਸੀ ਸ਼ਾਇਦ ਹੁਣ ਨਾ ਮਿਲੇ। ਉਹਦੇ ਵਿੱਚ ਇਹਨਾਂ ਕਿਹਾ ਵੀ ਜਿਹੜੀਆਂ ਸਾਡੀਆਂ ਇਹਨਾਂ ਕਮਿਟਮੈਂਟ ਕੀਤੀਆਂ ਸੀ ਸਰਕਾਰ ਨੇ ਉਸ ਤੋਂ ਬਾਅਦ ਪੂਰੀਆਂ ਨਹੀਂ ਕੀਤੀਆਂ ਜੀ। ਜਿਨ੍ਹਾਂ ਵਿੱਚ ਮੇਨ ਸੀਗਾ ਸਾਡਾ MSP ਦਾ ਮਾਮਲਾ ਸੀ ਜੀ। ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ 31 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਕਰਨ ਦੀ ਗੱਲ ਕੀਤੀ ਹੈ। ਜੀ। ਹੁਣ ਇਹ ਚੱਕਾ ਜਾਮ ਕਿੰਨਾ ਕੁ ਹੁੰਦਾ ਕਿੰਨਾ ਕੁ ਨਹੀਂ ਹੁੰਦਾ ਇਹ ਨਹੀਂ ਪਤਾ ਇਸ ਗੱਲ ਦਾ ਕਿ ਕਿਸਾਨਾਂ ਦੀ ਕਾਲ ਜਿਹੜੀ ਆ ਉਹ ਲਗਭਗ ਸਫਲ ਹੋ ਜਾਂਦੀ ਹੁੰਦੀ ਹੈ। ਲੋਕ ਨਹੀਂ ਪੰਗਾ ਲੈਂਦੇ ਕਿਸੇ ਗੱਲ ਦਾ। ਬਿਲਕੁਲ। ਇਸ ਕਰਕੇ 31 ਜੁਲਾਈ ਨੂੰ ਜਿਹੜਾ ਸੀ ਬਕਾਇਦਾ ਤੌਰ ਤੇ ਰਕੇਸ਼ ਟਿਕੈਤ ਕੋਈ ਏਡਾ ਵੱਡਾ ਲੀਡਰ ਨਹੀਂ ਸੀ ਹੈਗਾ ਜੀ। ਲੇਕਿਨ ਜਿਹੜੇ ਉਸ ਦਿਨ ਉਹਦੇ ਹੰਝੂ ਵਗੇ ਨੇ ਬਿਲਕੁਲ ਰਾਤੋਂ ਰਾਤ ਸਟਾਰ ਬਣਨ ਵਾਲੀ ਗੱਲ ਹੋਈ। ਬਿਲਕੁਲ 28 ਜਨਵਰੀ ਹੰਝੂ ਵਜੇ ਨੇ ਜੀ। ਉਹਨਾਂ ਹੰਝੂਆਂ ਨੇ ਉਹਨੂੰ ਸਟਾਰ ਬਣਾਤਾ ਕਿਸਾਨਾਂ ਦਾ ਵੀ ਕਿਸਾਨਾਂ ਦਾ ਸਟਾਰ। ਜੀ 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 ਬਿਲਕੁਲ। ਇਸ ਕਰਕੇ ਉਹ ਵੀ ਸ਼ਾਮਲ ਸੀ ਨੈਸ਼ਨਲ ਪੱਧਰ ਦੇ ਲੀਡਰ ਸ਼ਾਮਲ ਸੀਗੇ। ਉਹਨਾਂ ਕਹਿਤਾ ਵੀ 31 ਜੁਲਾਈ ਨੂੰ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਜੀ। ਬਟ ਸਰ ਅਗਲੀ ਇੱਕ ਵੱਡੀ ਖਬਰ ਹੈ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਜਿਹੜੀ ਉਹਦੇ ਚੋਂ ਬਾਦਲਾਂ ਨੂੰ ਬਰੀ ਕਰ ਦਿੱਤਾ ਗਿਆ ਆ। ਸੋ ਕੀ ਮਾਮਲਾ ਉਹਦੇ ਉੱਤੇ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹ ਬਹੁਤੀਆਂ ਖੁਸ਼ ਨਜ਼ਰ ਨਹੀਂ ਆ ਰਹੀਆਂ। ਭਾਈ ਬਲਬੀਰ ਸਿੰਘ ਦਾਦੂਵਾਲ ਜਿਹੜੇ ਨੇ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਹਨਾਂ ਦਾ ਵੀ ਬਿਆਨ ਆਇਆ ਕਿ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ। ਸੋ ਇਸ ਨੂੰ ਕਿਵੇਂ ਦੇਖ ਰਹੇ ਹੋ? ਆਪਣੇ ਕੋਲ ਸਮਾਂ ਵੀ ਜਿਹੜਾ ਲਗਭਗ 5 ਮਿੰਟ ਦਾ ਹੀ ਰਹਿ ਗਿਆ। ਇਹ 3 ਕੇਸ ਨੇ ਜੀ। 3 ਐਫਆਈਆਰ ਲੌਜ ਹੋਈਆਂ ਨੇ। ਜੀ ਜੀ ਜੀ। ਇੱਕ ਬਰਗਾੜੀ ਦੀ ਹੋਈ ਆ, ਇੱਕ ਕੋਟਕਪੂਰੇ ਦੀ ਹੋਈ ਆ ਤੇ ਇੱਕ ਬਕਾਇਦਾ ਤੌਰ ਤੇ ਬਹਿਬਲ ਕਲਾਂ ਕਾਂਡ ਦੀ ਹੋਈ ਆ। ਜੀ। ਜਿਹੜੀ ਬਹਿਬਲ ਕਲਾਂ ਕਾਂਡ ਦੀ ਆ ਉਹ 9 ਨਿਹਾਲ ਸਿੰਘ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਜਾਂਚ ਕਰ ਰਹੇ ਨੇ। ਜੀ। ਜਿਹੜੀ ਕੋਟਕਪੂਰਾ ਦੀ ਉਹ LK ਯਾਦਵ ਕਰ ਰਹੇ ਨੇ। ਜੀ। ਇਹਨਾਂ ਦੀ ਵੀ ਕੱਲ ਖਚਾਈ ਕੀਤੀ ਹਾਈ ਕੋਰਟ ਨੇ ਵੀ ਤੁਸੀਂ ਕਰ ਕੀ ਰਹੇ ਹੋ, ਤੁਸੀਂ ਮਿਲ ਕੇ ਕੰਮ ਕਿਉਂ ਨਹੀਂ ਕਰਦੇ? ਜੀ। ਇਹ ਮਿਲ ਕੇ ਕੰਮ ਕਰੋ ਤੇ ਸਾਨੂੰ ਅਗਲੀ ਤਰੀਕ ਤੱਕ ਇਹਦਾ ਦੱਸੋ ਵੀ ਤੁਸੀਂ ਕਰਤ ਕੀਤਾ ਕੀ ਆ। ਦੂਸਰੇ ਪਾਸੇ ਇੱਕ ਸਿੱਟ ਬਣੀ ਸੀ ਰਣਬੀਰ ਸਿੰਘ DIG ਰਣਬੀਰ ਸਿੰਘ ਖੱਟੜੇ ਦੀ। ਜੀ। ਤੇ ਖੱਟੜੇ ਦੀ ਮਜਬੂਰੀ ਸੀ ਵੀ ਉਹਨਾਂ ਨੂੰ ਬਾਦਲਾਂ ਨੂੰ ਕਲੀਨ ਚਿੱਟ ਦੇਣੀ ਕਿਉਂ ਦੇਣੀ ਸੀ ਵੀ ਉਹਨਾਂ ਨੇ ਆਪਣੇ ਬੇਟੇ ਨੂੰ ਟਿਕਟ ਦਵਾਉਣੀ ਸੀ ਬਾਦਲਾਂ ਕੋਲੋਂ ਇਲੈਕਸ਼ਨ ਦੇ ਵਿੱਚ। ਟਿਕਟ ਦਿੱਤੀ ਵੀ ਉਹਨਾਂ ਨੂੰ, ਉਹ ਕਾਲੀ ਆਗੂ ਉਹਨਾਂ ਦੇ ਬੇਟਾ ਸਤਬੀਰ ਸਿੰਘ ਜਿਹੜਾ ਵਾ। ਜੀ। ਹੁਣ ਉਦੋਂ ਬਾਅਦ ਸਿੱਟ ਬਣੀ ਕੈਪਟਨ ਅਮਰਿੰਦਰ ਸਿੰਘ ਆ ਗਿਆ। ਉਹ ਵੱਖਰੀ ਗੱਲ ਨਹੀਂ ਆਪਾਂ ਗੱਲ ਕਰਦੇ ਵੀ ਕਿੰਨੇ ਕਮਿਸ਼ਨ ਬਣੇ, ਕਿੰਨੀਆਂ ਸਿੱਟਾਂ ਬਣੀਆਂ, ਕਿੰਨਾ ਕੁਝ ਬਣਿਆ। ਇੱਕ ਸਿੱਟ ਬਣਾਈ ਸੀ IG ਪਰਮਾਰ SP ਪਰਮਾਰ ਦੇ ਸੁੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ। ਹਾਂਜੀ। ਇਹ ਸਿੱਟ ਬਣਾਈ ਸੀ ਕੈਪਟਨ ਨੇ ਤੇ ਕੈਪਟਨ ਨੇ ਵੀ ਇੰਨੀ ਗੱਲ ਕਹੀ ਸੀ ਵੀ ਬਾਦਲਾਂ ਨੂੰ ਕੁਝ ਨਹੀਂ ਕਹਿਣਾ, ਬਾਕੀ ਜੋ ਮਰਜ਼ੀ ਕਰ ਲਓ। ਹਾਂਜੀ। ਜਿਹੜੀ ਖੱਟੜੇ ਦੀ ਸਿੱਟ ਨੇ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਸਿਰਫ ਇਸ ਨਵੀਂ ਜਿਹੜੀ ਸਿੱਟ ਬਣੀ ਆ ਇਹਨੇ ਇੱਕ ਕੰਮ ਕੀਤਾ ਵੀ ਇਹਦੇ ਵਿੱਚ ਸੌਦਾ ਸਾਧ ਨੂੰ ਬਾਬਾ ਗੁਰਮੀਤ ਰਾਮ ਰਹੀਮ ਨੂੰ ਸ਼ਾਮਲ ਕਰ ਦਿੱਤਾ, ਬਾਕੀ ਕੁਝ ਨਹੀਂ ਕੀਤਾ, ਬਾਕੀ ਉਹੀ ਸਾਰੀ ਰਿਪੋਰਟ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵਾ ਜੀ ਵੀ ਜਦੋਂ ਉਹ ਸਰੂਪ 1 ਜੂਨ 2015 ਨੂੰ ਚੋਰੀ ਹੁੰਦਾ ਵਾ ਜੀ 12 ਸਤੰਬਰ ਨੂੰ ਬਕਾਇਦਾ ਤੌਰ ਤੇ ਉਹਦੇ ਪੋਸਟਰ ਲੱਗਦੇ ਨੇ। 24 ਨੂੰ ਜਾ ਕੇ ਬੇਅਦਬੀ ਹੁੰਦੀ ਆ ਤੇ ਫਿਰ ਬੇਅਦਬੀ ਤੋਂ ਬਾਅਦ ਉਹ ਫਿਰ ਪੋਸਟ ਲਾਉਂਦੇ ਆ ਕਿ ਸਾਡਾ ਤਲਾ ਗੁਰੂ ਸਾਡੇ ਕੋਲੇ ਜਾਓ ਤੇ ਹਿੰਮਤ ਲੈ ਲੱਭੋ ਤੁਸੀਂ। ਹਾਂਜੀ ਬਿਲਕੁਲ। ਪੂਰੇ ਪਿੰਡ ਦੀ ਤਲਾਸ਼ੀ ਹੁੰਦੀ ਆ ਬਰਗਾੜੀ ਪਿੰਡ ਦੀ ਤੇ ਜਦੋਂ ਉਹ ਜਿੱਥੇ ਸਰੂਪ ਰੱਖਿਆ ਉੱਥੇ ਪੁੱਜਦੇ ਆ ਤਾਂ ਉਦੋਂ ਪਹਿਲਾਂ ਤਲਾਸ਼ੀ ਬੰਦ ਕਰ ਦਿੰਦੀ। ਕਿਹਨੇ ਬੰਦ ਕੀਤੀ? ਸਰਕਾਰ ਨੇ। ਇੱਥੋਂ ਸਰਕਾਰ ਬਰੀ ਨਹੀਂ ਹੋ ਸਕਦੀ ਜੀ। ਵੈਸੇ ਵੀ ਸਰਕਾਰ ਨਹੀਂ ਬਰੀ ਹੋ ਸਕਦੀ, ਤੁਹਾਡੀਆਂ ਏਜੰਸੀਆਂ ਕਿੱਥੇ ਸੀਗੀਆਂ, ਇੰਨਾ ਕੁਝ ਹੋ ਗਿਆ ਜੀ। ਲੇਕਿਨ ਪਰਮਾਰ ਵਾਲੀ ਸਿੱਟ ਨੇ ਵੀ ਬਾਦਲਾਂ ਨੂੰ ਬੜੀ ਕਰਤਾ, ਲੇਕਿਨ ਬਾਬਾ ਗੁਰਮੀਤ ਰਾਮ ਰਹੀਮ ਨੂੰ ਜ਼ਰੂਰ ਇਹਦੇ ਵਿੱਚ ਸ਼ਾਮਲ ਕਰ ਲਿਆ, ਬਾਕੀ ਉਹਨਾਂ ਕੁਝ ਨਵਾਂ ਨਹੀਂ ਕੀਤਾ, ਜਿਹਦੇ ਕਰਕੇ ਪੰਥਕ ਜਥੇ 'ਚ ਰੋਸ ਆ। ਬਿਲਕੁਲ ਵੀ ਇਹ ਬਾਦਲ ਦੋਸ਼ੀ ਸੀ। ਬਾਦਲਾਂ ਤੇ ਇਹ ਵੀ ਦੋਸ਼ ਲੱਗਦਾ ਵਾ ਵੀ ਅਕਸ਼ੇ ਕੁਮਾਰ ਜਿਹੜਾ ਐਕਟਰ ਹੈ ਬੜਾ ਤਕੜਾ ਜੀ, ਬੰਬੇ ਦੇ ਵਿੱਚ ਉਹਦੇ ਵਿੱਚ 100 ਕਰੋੜ ਰੁਪਈਆ ਲੈ ਕੇ ਇੱਕ ਸੌਦਾ ਹੋਇਆ ਸੀਗਾ। ਉਹਨਾਂ ਕਿਹਾ ਸਾਡੇ ਬਾਬੇ ਦੀ ਫਿਲਮ ਤੁਸੀਂ ਪੰਜਾਬ ਚ ਲਾ ਦਿਓ, ਰੁਪਈਆ 100 ਕਰੋੜ ਲੈ ਲਓ। 100 ਕਰੋੜ ਆ ਗਿਆ, ਸੰਗਤਾਂ ਨੇ ਉਹਦੀ ਫਿਲਮ ਨਹੀਂ ਚੱਲਣ ਦਿੱਤੀ ਤੇ ਸਰਕਾਰ ਤੋਂ ਉਹਨਾਂ ਪੈਸੇ ਮੰਗੇ, ਬਸ ਪੈਸੇ ਵਾਪਸ ਕਰ ਦਿਓ ਜੀ। ਜਦੋਂ ਪੈਸੇ ਵਾਪਸ ਕੀਤੇ ਉਹਨਾਂ ਨਹੀਂ ਕੀਤੇ, ਉਹਨਾਂ ਨੇ ਫਿਰ ਇੰਨੀ ਗੱਲ ਕਹੀ ਵੀ ਤੁਹਾਡਾ ਗੁਰੂ ਵੀ ਸਾਡੇ ਕੋਲੇ ਜੀ, ਅਸੀਂ ਕੀਤੀ ਜੇ ਬੇਅਦਬੀ, ਜੋ ਕਰਨਾ ਤੁਸੀਂ ਕਰ ਲਓ ਜੀ, ਸਾਡਾ 100 ਕਰੋੜ ਰੁਪਇਆ ਦੇ ਦਿਓ, ਆਪਣਾ ਗੁਰੂ ਲੈ ਜਾਓ। ਉਸ ਕੇਸ ਦੇ ਵਿੱਚ ਜਿਹੜਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜੀ। ਤੇ ਫਿਰ ਕਿਵੇਂ ਸ਼ਾਮਲ ਨਹੀਂ ਵਿੱਚ ਹੈਗੀ ਜੀ, ਜੋ ਮਰਜ਼ੀ ਕਹੀ ਜਾਣ,
ਕਿ ਉਹ ਸਿੱਟ ਨੇ ਪ੍ਰੋਪਰਲੀ ਉਹਦੀ ਜਾਂਚ ਨਹੀਂ ਕੀਤੀ। ਜੀ ਜੇ ਕੀਤੀ ਹੁੰਦੀ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ। ਇਸ ਕਰਕੇ ਸੰਗਤਾਂ 'ਚ ਰੋਸ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਦੁਖੀ ਨੇ, ਮਾਜੀ ਵੀ ਦੁਖੀ ਨੇ, ਸਾਰੇ ਦੁਖੀ ਨੇ ਜਿਨ੍ਹਾਂ ਨੇ ਸੰਤਾਪ ਵੰਡਾਇਆ ਵਾ। ਈਵਨ ਇੱਥੋਂ ਤੱਕ ਭਗਵੰਤ ਮਾਨ ਦੇ ਉੱਤੇ ਵੀ ਉਹਨਾਂ ਤੱਪੜਜਾਰੀ ਕੀਤੀ। ਬਿਲਕੁਲ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੇ ਕਿਉਂਕਿ ਜਿਹੜੀ ਰਿਪੋਰਟ ਤੁਸੀਂ ਦਿੱਤੀ ਆ ਭਾਈ ਅਮਰੀਕ ਸਿੰਘ ਨੂੰ ਇਨਾਲੇ ਨੂੰ, ਉਹ ਕਾਹਦੇ ਵਾਸਤੇ ਦਿੱਤੀ ਤੁਸੀਂ ਉਹਨੂੰ? ਜੀ ਬੀਬੀ ਕਿਰਨਜੋਤ ਕੌਰ ਕਹਿੰਦੀ ਆ ਵੀ ਸਾਡੀ ਨੁਮਾਇੰਦਾ ਜਥੇਬੰਦੀ ਐਸਜੀਪੀਸੀ ਤੋਂ ਐਸਜੀਪੀਸੀ ਨੂੰ ਦੇਣੀ ਸੀਗੀ। ਸੁਖਰਾਜ ਸਿੰਘ ਜਿਹੜਾ ਵਾ ਜੀ ਕਿਸ਼ਨ ਭਗਵਾਨ ਸਿੰਘ ਨਿਆਮੀ ਵਾਲੇ ਦਾ ਬੇਟਾ, ਉਹ ਕਹਿੰਦਾ ਮੋਰਚਾ ਤਾਂ ਇੱਥੇ ਲਾਇਆ ਤੇ ਰਿਪੋਰਟ ਤੇ ਦੇਣ ਦੇ। ਇੱਕ ਭਾਜਪਾ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਇਹ ਗੱਲ ਕਹੀ ਸੀ ਮੈਨੂੰ। ਉਹ ਕਹਿੰਦਾ ਜੀ ਬਾਬਾ ਹਰਨਾਮ ਸਿੰਘ ਧੁੰਮੇ ਨੂੰ ਬਾਦਲਾਂ ਨੇ ਖਰੀਦ ਲਿਆ ਵਾ, ਭਾਈ ਅਮਰੀਕ ਸਿੰਘ ਅਜਨਾਲੇ ਨੂੰ ਬਕਾਇਦਾ ਤੌਰ ਤੇ ਭਗਵੰਤ ਮਾਨ ਨੇ ਖਰੀਦ ਲਿਆ ਵਾ। ਇਸ ਕਰਕੇ ਇਹਦੇ ਵਿੱਚ ਵਾਕਈ ਬਾਦਲ ਦਾ ਰੋਲ ਸੀ, ਹੈਗਾ, ਰਹੇਗਾ, ਲੇਕਿਨ ਉਸ ਸਿੱਟ ਨੇ ਕੈਪਟਨ ਦੇ ਕਹਿਣ ਦੇ ਉੱਤੇ ਉਹਨੂੰ ਸ਼ਾਮਲ ਨਹੀਂ ਕੀਤਾ। ਜੇ ਕਿਤੇ ਸੀਬੀ ਦੀ ਇਨਕੁਆਇਰੀ ਹੁਣ ਮੰਗ ਕੀਤੀ ਜਾ ਰਹੀ ਹੈ, ਹਾਂਜੀ, ਜੇ ਕਿਤੇ ਇਨਕੁਆਇਰੀ ਹੋ ਜਾਏ ਤੇ ਬਾਦਲ ਨਹੀਂ ਬਚ ਸਕਦੇ। ਜੀ ਬਿਲਕੁਲ। ਸੋ ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ ਬੜੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਜਿਹੜੀ ਆ ਹੋਈ ਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਵਾਂਗੇ ਹਾਜ਼ਰ। ਪੱਟੀ ਸਾਹਿਬ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ। ਇੱਥੇ ਹੀ ਸਾਂਝੇ ਤੌਰ ਦੇ ਉੱਤੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।